अस्सलाम वालेकुम नाज़रीन, मैं ਤੁਹਾਡਾ ਹੋਸਟ ਨਦੀਮ ਹਾਸ਼ਮੀ ਤੇ ਤੁਸੀਂ ਵੇਖ ਰਹੇ ਹੋ ਡੇਲੀ ਸਰਜ਼ਮੀਨ। ਨਾਜ਼ਰੀਨ, ਇਸ ਵਕਤ ਸਾਡੇ ਨਾਲ ਮੌਜੂਦ ਨੇ ਪਾਕਿਸਤਾਨ ਦੇ ਬੜੇ ਵੱਡੇ ਫਨਕਾਰ ਕਾਮੇਡੀਅਨ ਨਈਮ ਸ਼ੌਕੀ ਸਾਹਿਬ। अस्सलाम वालेकुम नईम शौकी साहब। वालेकुम अस्सलाम। ਕੀ ਹਾਲ ਹੈ ਜੀ ਹਾਸ਼ਮੀ ਸਾਹਿਬ? ਠੀਕ ਹੋ? ਅਲਹਮਦੁਲਿल्लाह, ਅੱਲਾਹ ਤਾਲਾ ਦਾ ਅਹਿਸਾਨ। ਅੱਛਾ ਸ਼ੌਕੀ ਸਾਹਿਬ, ਸਾਨੂੰ ਤੁਸੀਂ ਇਹ ਦੱਸੋ ਕਿ ਕਿੰਨੀ ਕੁ ਦੇਰ ਤੋਂ ਤੁਸੀਂ ਇਸ ਫੀਲਡ ਦੇ ਵਿੱਚ ਜੇ? ਮੈਨੂੰ ਭਾਵੇਂ ਕੋਈ ਤਕਰੀਬਨ 5 ਸਾਲ ਤੇ ਹੋਈ ਹੈ ਸ਼ੋਅ ਵਿੱਚ ਕੰਮ ਕਰਦਾ। ਅੱਛਾ, 5 ਸਾਲਾਂ ਦੇ ਵਿੱਚ ਤੁਹਾਡਾ ਫੇਵਰਿਟ ਫਨਕਾਰ ਕਿਹੜਾ ਪਾਕਿਸਤਾਨ ਦੇ ਵਿੱਚ? ਫੇਵਰਿਟ ਫਨਕਾਰ ਤੇ ਅਮਾਨੁੱਲਾ ਸਾਹਿਬ ਹੀ ਨੇ, ਅੱਲਾਹ ਪਾਕ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ। ਸਾਰੇ ਹੀ ਅੱਛੇ ਨੇ ਜਿੰਨੇ ਸੁਪਰਸਟਾਰ ਕੰਮ ਕਰਦੇ ਨੇ। ਅਮਾਨੁੱਲਾ ਤੇ ਆਪਣੀ ਮਿਸਾਲ ਆਪ ਨੇ ਜੀ, ਵਾਕਈ ਉਹ ਬੜੇ ਵੱਡੇ ਫਨਕਾਰ ਸਨ। ਤੇ ਸ਼ੌਕੀ ਸਾਹਿਬ, ਇਹ 5 ਸਾਲਾਂ ਦੇ ਵਿੱਚ ਤੁਸੀਂ ਸ਼ੋਬਿਜ਼ ਦੇ ਨਾਲ ਵਬਸਤਾ ਜੇ, ਤੇ ਇਹਦੇ ਵਿੱਚ ਕਿਹੜੇ ਕਿਹੜੇ ਮਰਹਾਇਲ ਤੁਸੀਂ ਤੈਅ ਕਰਕੇ ਤੇ ਏਡੀ ਵੱਡੀ ਸੀਟ ਤੱਕ ਤੁਸੀਂ ਪਹੁੰਚੇ ਹੋ? ਸੀਟ ਕੋਈ ਵੀ ਨਹੀਂ, ਬਸ ਕਾਮੇਡੀਅਨ ਵੱਡਾ ਹੋਵੇ ਛੋਟਾ ਹੋਵੇ, ਰੋਜ਼ ਦਾ ਕਰਨ ਵਾਲਾ ਕੰਮ ਆ। ਹਾਸਾ ਨਾ ਕ੍ਰੀਏਟ ਹੁੰਦਾ ਰਹਿੰਦਾ ਕੋਈ ਨਾ ਕਿਸੇ ਗੱਲ ਤੋਂ। ਜਿਵੇਂ ਇੱਕ ਬੰਦਾ ਦੁਕਾਨ ਤੇ ਜਾ ਕੇ ਕਹਿੰਦਾ ਕਿ ਭਾਜੀ ਘੜੀ ਨਹੀਂ ਚੱਲਦੀ, ਉਹਨੇ ਖੋਲੀ ਵਿੱਚੋਂ ਮੱਛਰ ਨਿਕਲਿਆ ਮਰਿਆ, ਕਹਿੰਦਾ ਖੇ ਚੱਲਣੀ ਭਾਈ, ਤੁਸੀਂ ਡਰਾਈਵਰ ਹੀ ਮਾਰਤਾ। ਇਹ ਗੱਲਾਂ ਦੀਆਂ ਆਮ ਫਹਿਮ ਜੁਗਤਾਂ ਹੁੰਦੀਆਂ ਨੇ। ਆ ਫੈਸਲਾਬਾਦ ਪਿਛਲੇ ਦਿਨਾਂ 'ਚ ਮੇਰਾ ਜਾਣ ਹੋਇਆ ਤੇ ਇੱਕ ਅੰਮਾ ਜੀ ਬਾਹਰ ਬੈਠੇ ਨੇ। ਮੈਂ ਕਿਹਾ ਅੰਮਾ ਜੀ ਕੱਚੀ ਬਸਤੀ ਹੈ ਜੀ? ਪੁੱਤ ਮੈਨੂੰ ਕੀ ਪਤਾ, ਟੱਕਰ ਮਾਰ ਕੇ ਵੇਖ ਲੈ। ਫੈਸਲਾਬਾਦ ਆਪਣਾ ਹਾਸ਼ਮੀ ਸਾਹਿਬ ਉਨੀ ਫਸਲ ਨਹੀਂ ਹੁੰਦੀ ਜਿੰਨੀਆਂ ਜੁਗਤਾਂ ਹੁੰਦੀਆਂ ਨੇ ਉੱਥੇ। ਸਾਡੇ ਅਮਾਨ ਸਾਹਿਬ ਅੱਲਾਹ ਪਾਕ ਉਹਨਾਂ ਨੂੰ ਜੰਨਤ 'ਚ ਜਗ੍ਹਾ ਦੇਵੇ, ਬੜੇ ਸੀਨੀਅਰ ਫਨਕਾਰ। ਇੱਕ ਰੇੜੀ ਤੇ ਕਹਿੰਦੇ ਨੇ ਯਾਰ ਪਾਣੀ ਤੇ ਪਿਆਈ, ਉਹਨੇ ਪਿਆਤਾ, ਕਹਿੰਦੇ ਨੇ ਇੱਕ ਗਲਾਸ ਹੋਰ ਪਿਆਈ। ਅਗੋ ਰੇੜੀ ਵਾਲਾ ਕਹਿੰਦਾ ਬਹੁਤ ਪਾਣੀ ਪੀ ਰਹੇ ਹੋ, ਤੇਰੇ ਅੰਦਰ ਮੱਛੀ। ਜਿੰਨਾ ਕਿ ਮੈਨੂੰ ਥੋੜਾ ਬਹੁਤਾ ਸਪੋਰਟ ਕੀਤਾ ਮੇਰੇ ਵੱਡੇ ਭਾਈ, ਅੱਲਾਹ ਪਾਕ ਉਹਨਾਂ ਨੂੰ ਵੀ ਜੰਨਤ 'ਚ ਜਗ੍ਹਾ ਦੇਵੇ, ਭਾਈ ਪ੍ਰਵੇਸ਼ ਸਾਹਿਬ, ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਜ਼ਿੰਦਗੀ 'ਚ। ਤੇ ਹੋਰ ਵੀ ਭਰਾ ਮੇਰੇ ਭਾਈ ਨਦੀਮ, ਅੱਲਾਹ ਜ਼ਿੰਦਗੀ ਦੇਵੇ, ਉਹ ਸਪੋਰਟ ਕਰ ਰਹੇ ਨੇ। ਹੋਰ ਵੀ ਬਸ ਚੱਲ ਰਿਹਾ, ਆਸਤਾ ਆਸਤਾ ਹੋਈ ਜਾ ਰਿਹਾ ਕੰਮ। ਕਾਫੀ ਇਹ ਸ਼ੋਭਾ ਜਿਹੜਾ ਮੁਸ਼ਕਿਲ ਹੈ ਆਰਟਿਸਟ ਨੂੰ ਮੁਸ਼ਕਿਲ ਕਾਹਦਾ ਕਿ ਕੱਚੀ ਇੱਟ ਤੇ ਟੁਰਨਾ ਪੈਂਦਾ ਵਿੱਚ। ਅੱਛਾ ਸ਼ੌਕੀ ਭਾਈ, ਇਹ ਦੱਸੋ ਕਿ 25 ਸਾਲ ਜਿਹੜੇ ਤੁਹਾਡੇ ਇਸ ਫੀਲਡ ਦੇ ਵਿੱਚ ਗੁਜ਼ਰੇ ਨੇ, ਤੁਹਾਡੇ ਤੁਸੀਂ ਖੁਦ ਕਹਿ ਰਹੇ ਜੇ ਕਿ ਫੈਮਿਲੀ ਇਸ ਚੀਜ਼ ਨੂੰ ਐਕਸੈਪਟ ਨਹੀਂ ਸੀ ਕਰਦੀ। ਜੀ। ਤੇ ਇੰਨੇ ਡਰ ਖੌਫ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਫਨਕਾਰ ਬਣ ਗਏ? ਬਸ ਡਰ ਖੌਫ ਕਾਹਦਾ ਕਿ ਮੈਂ ਡਰਾਮੇ ਕਰਨਾ ਹੁੰਦਾ ਸੀ ਤੇ ਲੋਕਾਂ ਦੇ ਪੈਰ ਪੁੱਠੇ ਹੋ ਜਾਂਦੇ ਸਨ, ਜਾਂ ਮੈਨੂੰ ਡਰਾਮਾ ਕਰਦੇ ਹੀ ਡਰ ਹੁੰਦਾ ਸੀ ਕਿ ਯਾਰ ਲੈਂਟਰ ਨਾ ਜਾ ਪਵੇ ਉੱਤੋਂ। ਡਰ ਖੌਫ ਕੋਈ ਵੀ ਨਹੀਂ। ਬਸ ਤੁਹਾਨੂੰ ਪਤਾ ਹੈ ਕਾਮੇਡੀਅਨ ਜਿਹੜਾ ਵੀ ਆਉਂਦਾ ਆਪਣੀ ਸਟਰਗਲ ਨਾਲ ਜਾਂ ਮਿਹਨਤ ਨਾਲ ਹੀ ਆਉਂਦਾ ਹੈ। ਤੇ ਸ਼ਾਦੀशुदा ਜੇ ਤੁਸੀਂ? ਜਿੱਦਾਂ ਮੇਰਾ ਵੇਡੇ ਮੈਂ ਤੁਹਾਨੂੰ ਲੱਗ ਨਹੀਂ ਰਿਹਾ, ਐਡਾ ਸਿਆਣਾ ਬੰਦਾ ਕੁਆਰਾ ਹੁੰਦਾ ਹੈ। ਮੈਂ ਤਾਂ ਇੰਨਾ ਸ਼ਾਦੀशुदा, ਮੈਂ ਸ਼ਾਦੀशुदा ਬੰਦੇ ਨੂੰ ਸਮਝਾਉਣ ਲੱਗ ਪਿਆ ਕਿ ਯਾਰ ਇਹ ਕੰਮ ਨਾ ਕਰਿਓ। ਅੱਛਾ, ਤੁਹਾਡੇ ਬੱਚੇ ਕਿੰਨੇ ਨੇ ਜਨਾਬ? ਜੀ ਬੇਟਾ ਮੇਰਾ ਇੱਕ ਹੀ ਹੈ ਮਾਸ਼ਾਅੱਲਾ, ਅਲੀ ਰਜ਼ਾ ਸੋਨੂ, ਅੱਲਾਹ ਤਾਲਾ ਸਾਨੀਆਂ ਪੈਦਾ ਕਰੇ। ਵੈਸੇ ਭਤੀਜੇ ਵੀ ਮੇਰੇ ਪੁੱਤਰ ਹੀ ਨੇ, ਕਮਰ ਨੇ, ਅਸਦ, ਹੋਰ ਆਜ਼ਾਦਾਰ, ਸਾਰੇ ਮੇਰੇ ਪੁੱਤਰ ਹੀ ਨੇ, ਮੇਰੀ ਔਲਾਦ। ਤੇ ਤੁਹਾਡੀ ਰਹਿਸ਼ ਕਿਹੜੇ ਇਲਾਕੇ 'ਚ? ਮੇਰੀ ਸਰ ਗਾਜ਼ੀਆਬਾਦ, ਲਾਹੌਰ ਦਾ ਇੱਕ ਇਲਾਕਾ ਗਾਜ਼ੀਆਬਾਦ, ਉੱਥੇ ਮੇਰੀ ਰਹਿਸ਼ ਹੈ। ਉੱਥੋਂ ਦੇ ਤੇ ਕਾਫੀ ਜਿਹੜੇ ਸਿੰਗਰ ਵੀ ਉੱਥੇ ਬੜੇ ਹੋਏ ਨੇ, ਉਸ ਤੋਂ ਇਲਾਵਾ ਉੱਥੇ ਫਨਕਾਰ ਬਹੁਤ ਜ਼ਿਆਦਾ ਹੋਏ ਨੇ, ਜਿਸ ਤਰ੍ਹਾਂ ਪਰਵੇਜ਼ ਮਹਿੰਦੀ ਸਾਹਿਬ ਹੋਏ ਨੇ, ਹਾਂਜੀ ਉਹ ਵੀ ਉੱਥੇ, ਅਮਾਨੁੱਲਾ ਖਾਨ ਸਾਹਿਬ ਹੋਏ ਨੇ, ਉਹ ਵੀ ਉੱਥੇ, ਜ਼ਫਰੀ ਖਾਨ ਸਾਹਿਬ ਹੋਏ ਨੇ। ਜੀ। ਇਹ ਸਾਰੇ ਉਸੇ ਇਲਾਕੇ ਦੇ ਬੰਦੇ ਨੇ। ਤੇ ਬੜੀ ਵੱਡੀ ਗੱਲ ਹੈ ਕਿ ਇਸ ਸਾਰੇ ਇਲਾਕੇ ਦੇ ਵਿੱਚੋਂ ਤੁਸੀਂ ਮਸੇ ਕਿ ਇਸ ਮੁਕਾਮ ਤੇ ਪਹੁੰਚੇ ਜੇ। ਨਹੀਂ ਬਸ ਇਹ ਅੱਲਾਹ ਪਾਕ ਦੀ ਰਹਿਮਤ ਹੈ ਖਾਸ। ਜਿਹੜਾ ਇਲਾਕਾ ਗਾਜ਼ੀਆਬਾਦ, ਉੱਥੇ ਬੜੇ ਬੜੇ ਅੱਛੇ ਆਰਟਿਸਟ, ਇਜਾਜ਼ ਫਖਰੀ ਸਾਹਿਬ ਦੇ ਕਾਸਤਾਨ, ਉਹਦੇ ਬਹੁਤ ਜੁਗਤਾਂ ਹੁੰਦੀਆਂ। ਆਪਣੀ ਬੀਵੀ ਨਾਲ ਨਾ ਫਖਰੀ ਸਾਹਿਬ ਲੜ ਰਹੇ ਨੇ, ਕਹਿੰਦੇ ਤੂੰ ਨਹੀਂ ਠੀਕ, ਬੀਵੀ ਉਹਨਾਂ ਦੀ ਕਹਿੰਦੀ ਤੂੰ ਨਹੀਂ ਠੀਕ। ਫਖਰੀ ਸਾਹਿਬ ਦੀ ਬੀਵੀ ਕਹਿੰਦੀ ਮੇਰਾ ਦਿਲ ਕਰਦਾ ਮੈਂ ਬੇਵਾ ਹੋ ਜਾ, ਕਹਿੰਦੇ ਨੇ ਆਮੀਨ, ਮੈਂ ਆਪਣੀਆਂ ਅੱਖਾਂ ਨਾ ਵੇਖਾਂ। ਅੱਛਾ, ਕੁਝ ਬੰਦੇ ਨਾ ਹਾਸ਼ਮ ਸਾਹਿਬ ਬੜੇ ਚਲਾਕ ਹੁੰਦੇ ਨੇ। ਮਹੱਲੇ 'ਚ ਨਾ ਫੌਤਗੀ ਹੋ ਗਈ, ਉਹ ਇੱਕ ਬੰਦਾ ਆ ਕੇ ਕਹਿੰਦਾ ਜੀ ਦੁਆ ਹੋ ਜੇ, ਘਰ ਵਾਲਿਆ ਚਾਹ ਸ਼ਾਹ ਪਿਆਈ, 1.5 ਘੰਟੇ ਬਾਅਦ ਫਿਰ ਨਵੇਂ ਮਹਿਮਾਨਾਂ ਨਾਲ ਮਿਲ ਕੇ ਆ ਗਿਆ, ਕਹਿੰਦਾ ਜੀ ਦੁਆ ਹੋ ਜੇ, ਉਹਨਾਂ ਨੇ ਫਿਰ ਚਾਹ ਸ਼ਾਹ ਪਿਆਤੀ। 15 ਮਿੰਟਾਂ ਬਾਅਦ ਫਿਰ ਨਵੇਂ ਮਹਿਮਾਨਾਂ ਨਾਲ ਆ ਗਿਆ, ਕਹਿੰਦਾ ਜੀ ਦੁਆ ਹੋ ਜੇ, ਘਰ ਵਾਲਾ ਕਹਿੰਦਾ ਨਹੀਂ ਡਾਇਰੈਕਟ ਚਾਹ ਹੀ ਹੋ ਜੇ। ਸਾਡੇ ਮਹੱਲੇ ਬੱਤੀ ਆਵੇ ਨਾ ਆਵੇ, ਉਹ ਬਿੱਲ ਸੁਣਨ ਵਾਲਾ ਮਹੀਨੇ ਬਾਅਦ ਮਹੱਲੇ 'ਚ ਇੰਝ ਫਿਰਦਾ ਜਿਵੇਂ ਜਵਾਈ ਭਾਈ ਨਹੀਂ ਫਿਰਦੇ, ਉਹਨੇ ਲੈ ਕੇ ਜਾਣਾ। ਬੜੀ ਗੱਲ ਹੈ, ਮਾਸ਼ਾਅੱਲਾ ਸਿਹਤਮੰਦ ਜੇ। ਕੀ ਮੈਂ ਮਤਲਬ ਸਿਹਤ ਦਾ ਰਾਜ਼ ਕੀ ਹੈ? ਮੈਂ ਸਿਹਤਮੰਦ ਵੀ ਹਾਂ, ਨਾਲ ਜ਼ਰੂਰਤਮੰਦ ਵੀ ਹਾਂ। ਤੇ ਵੇ ਤਾਂ ਮੁझसे ਕਿ ਅਸੀਂ ਤੁਹਾਨੂੰ ਫਿਰ 1000-2000 ਰੁਪਏ ਲਾਈਏ, ਫਿਰ ਤੁਸੀਂ ਖੁਸ਼ ਹੋ ਜਾਓਗੇ? ਲੈ ਲਾਈਏ, ਮੈਂ ਇਸ਼ਤਿਹਾਰ ਲਾਉਣਾ ਮੇਰੇ ਤੇ ਲਾਈਏ। ਬੜਾ ਮਜ਼ਾ ਆਇਆ ਜੀ ਤੁਹਾਨੂੰ ਮਿਲ ਕੇ, ਔਰ ਸਾਡੇ ਮਸੇ ਕਿ ਦੇਖਣ ਵਾਲਿਆਂ ਨੂੰ ਵੀ ਬੜਾ ਮਜ਼ਾ ਆਇਆ। ਸ਼ੁਕਰੀਆ ਸਰ, ਤੁਹਾਡਾ ਡੇਲੀ ਸਰਜ਼ਮੀਨ ਬਹੁਤ ਵਧੀਆ ਚੈਨਲ ਆ, ਤੇ ਬਲਕਿ ਮੈਂ ਵੀ ਇਹਦੇ ਤੇ ਕੰਮ ਕਰ ਰਿਹਾ, ਮੇਰਾ ਇੱਕ ਸ਼ੋਅ ਵੀ ਚੱਲ ਰਿਹਾ ਬਦਤਮੀਜ਼ੀਆਂ, ਤੇ ਬਹੁਤ ਵਧੀਆ ਚੈਨਲ ਆ। ਨਾਜ਼ਰੀਨ ਜਿਹੜੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਸਾਡਾ ਬੜਾ ਮਜ਼ਾ ਆ ਰਿਹਾ। ਮਸੇ ਕਿ ਤੁਹਾਨੂੰ ਕੋਈ ਪਾਕਿਸਤਾਨ ਦੇ ਕਲਚਰ ਦਾ ਜਾਂ ਦੁਬਈ ਦੇ ਕਲਚਰ ਦਾ ਕੋਈ ਤੁਹਾਨੂੰ ਫਰਕ ਨਹੀਂ ਪਿਆ? ਸਾਰਾ ਹੀ ਬੜਾ ਮਜ਼ੇਦਾਰ ਕਲਚਰ ਹੈ। ਮੈਂ ਦੁਬਈ ਦਾ ਵੀ ਬੜਾ ਵਧੀਆ ਕਲਚਰ ਹੈ, ਕੈਨੇਡਾ ਚਲੇ ਜਾਓ, ਇੰਗਲੈਂਡ ਚਲੇ ਜਾਓ, ਹਰ ਜਗ੍ਹਾ ਦੀ ਨਾ ਆਪਣੀ ਇੱਕ ਸਪੇਸ ਹੈ, ਆਪਣਾ ਇੱਕ ਮਾਹੌਲ ਹੈ, ਪੰਜਾਬੀ 'ਚ ਕਹਿੰਦੇ ਨੇ। ਲੇਕਿਨ ਅਸੀਂ ਇੱਥੇ ਜੰਮੇ ਪਲੇ ਹਾਂ। ਜੈਸਾ ਕਲਚਰ ਮੈਨੂੰ ਪੰਜਾਬ ਦਾ ਪਸੰਦ ਹੈ ਨਾ, ਮੇਰੇ ਪਿਆਰੇ ਪਾਕਿਸਤਾਨ ਦਾ ਪਸੰਦ ਹੈ, ਮੈਨੂੰ ਕਿਸੇ ਜਗ੍ਹਾ ਦਾ ਪਸੰਦ ਨਹੀਂ ਆਇਆ। ਮੈਂ ਔਨ ਕੈਮਰੇ ਕਹਿ ਰਿਹਾ ਹਾਂ। ਕੀ ਬਾਤ। ਔਰ ਚਾਰੇ ਮੌਸਮ ਇੱਥੇ ਮਜ਼ੇਦਾਰ। ਇੱਥੇ ਅਗਰ ਧੁੱਪ ਪੈਂਦੀ ਹੈ ਤੇ ਲੱਗਦਾ ਗਰਮੀਆਂ ਆ ਗਈਆਂ ਨੇ, ਅਗਰ ਠੰਡ ਪੈਂਦੀ ਹੈ ਤਾਂ ਪੰਜਾਬੀ 'ਚ ਨਹੀਂ ਕਹਿੰਦੇ ਹੁਣ ਠੰਡ ਪਈ, ਉਹ ਠੰਡ ਪੈਂਦੀ ਹੈ। ਨਹੀਂ ਦੇਖੋ ਜੀ, ਉੱਥੋਂ ਦਾ ਮੌਸਮ ਦਾ ਤੇ ਇੱਥੋਂ ਦਾ ਜ਼ਾਹਿਰੀ ਬਾਤ ਹੈ ਕਿ ਫਰਕ ਹੋਏਗਾ, ਲੇਕਿਨ ਪਾਕਿਸਤਾਨ 'ਚ ਜ਼ਿਆਦਾ ਸਰਦੀ ਹੈ ਜਾਂ ਕਿ ਦੁਬਈ ਦੇ ਵਿੱਚ ਜ਼ਿਆਦਾ ਹੈ?
ਹਾਸ਼ਮੀ ਸਾਹਿਬ ਤੁਸੀਂ ਐਂਕਰ ਹੋ ਜਾਂ ਰਜ਼ਾਈਆਂ ਵੇਚਦੇ ਹੋ ਸਵੇਰ ਦੇ ਟਾਈਮ? ਸਰ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ ਹੈ। ਨਹੀਂ ਜੀ ਕੋਈ ਐਸੀ ਗੱਲ ਨਹੀਂ, ਥੈਂਕ ਯੂ। ਨਾਜ਼ਰੀਨ ਇਹਦੇ ਨਾਲ ਹੀ ਆਪਣੇ ਨਦੀਮ ਹਾਸ਼ਮੀ ਨੂੰ ਇਜਾਜ਼ਤ ਦਿਵੋ। ਵਸਦੇ ਰਹੋ, ਹੱਸਦੇ ਰਹੋ, ਖੇਡਦੇ ਰਹੋ ਔਰ ਦੇਖਦੇ ਰਹੋ ਡੇਲੀ ਸਰਜ਼ਮੀਨ।